ਲਾਈਫ ਸਟਾਈਲ ਜਿਹੜੀ ਹੈ ਉਹ ਹੈਲਦੀ ਰੱਖੋ। ਡਿਜ਼ੀਜ਼ ਕੋਈ ਵੀ ਹੈ, ਤੁਹਾਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ ਜਾਂ ਕੋਲੈਸਟਰੋਲ ਹੈ, ਟਾਈਮਲੀ ਉਹਨੂੰ ਡਿਟੈਕਟ ਕਰਕੇ ਉਹਨੂੰ ਟ੍ਰੀਟ ਕਰੋ, ਕਿਉਂਕਿ ਇਹ ਮੇਜਰ ਕਾਰਨ ਹੁੰਦੇ ਹਾਰਟ ਅਟੈਕ ਹੋਣ ਦਾ। ਇਹ ਹੌਲੀ ਹੌਲੀ ਹਾਰਟ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਜਾਂਦਾ ਹੈ, ਫੈਲਦਾ ਜਾਂਦਾ ਹੈ, ਕਾਰਡਿਕ ਐਨਲਾਰਜਮੈਂਟ ਹੁੰਦੀ ਜਾਂਦੀ ਹੈ ਐਂਡ ਐਟ ਦਾ ਸੇਮ ਟਾਈਮ ਬਲੱਡ ਜਿਹੜਾ ਹੈ ਬ੍ਰੇਨ ਨੂੰ ਔਰ ਬਾਕੀ ਆਰਗਨਸ ਨੂੰ ਘੱਟ ਮਿਲਦਾ ਹੈ। ਕੰਟਰੀ ਵਿੱਚ ਲਗਭਗ 7 ਲੱਖ ਦੇ ਕਰੀਬ ਪੇਸ਼ੈਂਟ ਹੈ ਜਿਨ੍ਹਾਂ ਨੂੰ ਕਿ ਕ੍ਰਿਟੀਕਲ ਐਓਰਟਿਕ ਸਟੀਨੋਸਿਸ ਹੈ ਔਰ ਉਹਨਾਂ ਦੀ ਜ਼ਿੰਦਗੀ 2 ਤੋਂ 5 ਸਾਲ ਦੇ ਵਿੱਚ ਹੈ ਸਿਰਫ। ਇਹਨਾਂ 7 ਲੱਖ ਚੋਂ ਲਗਭਗ 3 ਲੱਖ ਐਸੇ ਹੁੰਦੇ ਜਿਹੜੇ ਕਿ ਇੰਨੇ ਐਡਵਾਂਸਡ ਹੈ ਕਿ ਉਹਨਾਂ ਨੂੰ ਸਰਜਨ ਵੀ ਇਨਕਾਰ ਕਰ ਦਿੰਦੇ ਹੈ ਕਿ ਇਹ ਇੰਨੇ ਸਿੱਕ ਹੈ ਕਿ ਇਹਨਾਂ ਨੂੰ ਅਸੀਂ ਓਪਨ ਹਾਰਟ ਨਹੀਂ ਕਰ ਸਕਦੇ, ਐਨੈਸਥੀਸੀਆ ਵੀ ਇਹ ਟੋਲਰੇਟ ਨਹੀਂ ਕਰਨਗੇ। ਛੋਟੀ ਪੈਰੀਫਰਲ ਆਰਟਰੀ ਚੋਂ ਬਿਨਾਂ ਕੱਟ ਬਿਨਾਂ ਸਟਿਚ ਤੋਂ ਅਸੀਂ ਛੋਟੀ ਪਾਈਪ ਦੇ ਰਸਤੇ ਜਾ ਕੇ ਹਾਰਟ ਦੇ ਵੈਲਵ ਨੂੰ ਇੱਕ ਬਲੂਨ ਨਾਲ ਖੋਲ ਕੇ ਉੱਥੇ ਵੈਲਵ ਫਿਕਸ ਕਰਕੇ ਜਿਵੇਂ ਸਟੈਂਟ ਫਿਕਸ ਕਰਦੇ ਹਾਂ ਔਰ ਬਾਹਰ ਆ ਜਾਂਦੇ ਹਾਂ ਔਰ ਸੈਕਿੰਡ ਡੇ ਪੇਸ਼ੈਂਟ ਨੂੰ ਆਬਜ਼ਰਵ ਕਰਕੇ ਚਲਾ ਫਿਰਾ ਕੇ ਥਰਡ ਡੇ ਅਸੀਂ ਉਸ ਪੇਸ਼ੈਂਟ ਨੂੰ ਤੁਰਾ ਫਿਰਾ ਕੇ ਘਰ ਭੇਜਦੇ ਹਾਂ। ਇਹ ਜਿਹੜਾ ਵਾਲਵ ਇੰਪਲਾਂਟ ਕਰ ਰਹੇ ਹੋ ਇਹ ਸੁਰੱਖਿਅਤ ਹੈ? ਕਿਸੇ ਨੂੰ ਕੋਈ ਹੋਰ ਕੰਪਲਿਕੇਸ਼ਨ ਆਉਂਦੀ ਹੋਵੇ ਜਾਂ ਕੋਈ ਹੋਰ ਸੇਫਟੀ ਕੰਸਰਨ ਹੋਵੇ? ਇਹ ਟੈਕਨੀਕ ਦਾ ਕਿੰਨਾ ਕੁ ਖਰਚਾ ਆ ਜਾਂਦਾ ਹੈ ਫਰੋਮ ਸਟਾਰਟਿੰਗ ਟਿਲ ਐਂਡ? ਸਾਰਾ ਕੁੱਲ ਮਿਲਾ ਕੇ ਕਿੰਨਾ ਕੁ ਪੈਸਾ ਲੱਗਦਾ ਹੈ? ਕਿ ਆਮ ਆਦਮੀ ਦੀ ਲੈਂਗੁਏਜ ਵਿੱਚ ਐਂਜੀਓਪਲਾਸਟੀ ਤੇ ਐਂਜੀਓਗ੍ਰਾਫੀ 'ਚ ਕੀ ਫਰਕ ਹੈ? ਕਿਉਂਕਿ ਬਹੁਤ ਵਾਰੀ ਐ ਹੁੰਦਾ ਹੈ ਡਾਕਟਰਸ ਲਿਖ ਦਿੰਦੇ ਹੈ ਐਂਜੀਓਗ੍ਰਾਫੀ ਤੇ ਕੋਈ ਜਾ ਕੇ ਐਂਜੀਓਪਲਾਸਟੀ ਕਰਾ ਰਿਹਾ ਹੁੰਦਾ ਹੈ, ਕੋਈ ਐਂਜੀਓਪਲਾਸਟੀ ਲਿਖਾ ਦੇ ਤੇ ਉਹ ਕੁਝ ਹੋਰ ਕਰਾ ਰਿਹਾ ਹੁੰਦਾ ਹੈ। ਤਾਂ ਆਮ ਲੋਕਾਂ ਦੀ ਲੈਂਗੁਏਜ ਕੀ ਹੁੰਦਾ? ਸਕਾਈ ਨਿਊਜ਼ ਪੰਜਾਬ ਤੋਂ ਮੈਂ ਹਾਂ ਸੀਰਤ ਸੰਧੂ। ਅੱਜ ਸਾਡੇ ਨਾਲ ਫੋਰਟਿਸ ਦੇ ਸੀਨੀਅਰ ਕਾਰਡੀਅਕ ਸਪੈਸ਼ਲਿਸਟ ਡਾਕਟਰ ਜਸਵਾਲ ਜੁੜੇ ਨੇ। ਉਹਨਾਂ ਨੇ ਨਾਨ ਸਰਜੀਕਲ ਵਾਲਵ ਇੰਟਰੋਡਿਊਸ ਕੀਤਾ। ਆਓ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਇਸ ਵਾਲਵ ਬਾਰੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਦੱਸੋਗੇ ਇਹ ਵਾਲਵ ਕੀ ਚੀਜ਼ ਹੈ ਤੇ ਕਿੱਦਾਂ ਵਰਕ ਕਰਦਾ ਹੈ? ਅਸੀਂ ਸਾਰੇ ਜਾਣਦੇ ਹਾਂ ਕਿ ਹਾਰਟ ਇੱਕ ਪੰਪ ਹੈ ਜਿਹੜਾ ਕਿ ਸਾਰੇ ਬਾਡੀ ਨੂੰ ਬਲੱਡ ਸਪਲਾਈ ਕਰਦਾ ਹੈ ਅਤੇ ਇੱਕ ਮੇਨ ਲਾਈਨ ਹੁੰਦੀ ਹੈ ਏਓਰਟਾ ਜਿਹੜੀ ਹਾਰਟ ਤੋਂ ਸਾਰੀ ਬਾਡੀ 'ਚ ਅਲੱਗ-ਅਲੱਗ ਟ੍ਰਿਬਿਊਟਰੀਜ਼ ਜਾ ਕੇ, ਜਿੱਦਾਂ ਕਨਾਲ ਸਿਸਟਮ ਹੈ ਸਾਡੇ ਬ੍ਰੇਨ ਨੂੰ, ਲੰਗਸ ਨੂੰ, ਹਾਰਟ ਨੂੰ ਔਰ ਹਰ ਅੰਗ ਨੂੰ ਉਹ ਬਲੱਡ ਸਪਲਾਈ ਕਰਦੀ ਹੈ। ਜਿਹੜਾ ਵੈਲਵ ਹਾਰਟ ਨੂੰ ਏਓਰਟਾ ਨਾਲ ਕਨੈਕਟ ਕਰਦਾ ਹੈ ਉਹਨੂੰ ਅਸੀਂ ਏਓਰਟਿਕ ਵੈਲਵ ਕਹਿੰਦੇ ਹਾਂ। ਨੋਰਮਲ ਬੰਦੇ ਦਾ ਉਹ ਏਓਰਟਿਕ ਵੈਲਵ ਜਿਹੜਾ ਹੈ ਜਦੋਂ ਹਾਰਟ ਪੰਪ ਕਰਦਾ ਉਦੋਂ ਓਪਨ ਹੋ ਕੇ ਉਹਨੂੰ ਬਿਨਾਂ ਰੈਜ਼ਿਸਟੈਂਸ ਤੋਂ ਬਲੱਡ ਜਿਹੜਾ ਉਹ ਸਰਕੂਲੇਸ਼ਨ 'ਚ ਜਾਣ ਦਿੰਦਾ ਹੈ ਅਤੇ ਜਦੋਂ ਹਾਰਟ ਰਿਲੈਕਸ ਕਰਦਾ ਹੈ ਉਦੋਂ ਉਸ ਬਲੱਡ ਨੂੰ ਵਾਪਸ ਆਉਣ ਤੋਂ ਰੋਕਦਾ ਹੈ ਵੈਲਵ ਬੰਦ ਹੋ ਕੇ, ਯਾਨੀ ਕਿ ਵਨ ਵੇ ਵੈਲਵ ਹੈਗਾ। ਬਟ ਕੀ ਹੁੰਦਾ ਕਿ ਏਜ ਨਾਲ ਕਈ ਲੋਕਾਂ ਦਾ ਇਸ ਵੈਲਵ ਵਿੱਚ ਜਿਹੜਾ ਹੈ ਉਹ ਕੈਲਸ਼ੀਅਮ ਜੰਮਣਾ ਸ਼ੁਰੂ ਹੋ ਜਾਂਦਾ ਹੈ। ਕਈ ਲੋਕਾਂ ਦਾ ਜਮਾਂਦਰੂ ਇਹ ਵੈਲਵ ਖਰਾਬ ਹੁੰਦਾ ਜਿਹਨੂੰ ਅਸੀਂ ਬਾਈਕਸਪਿਡ ਵੈਲਵ ਕਹਿੰਦੇ ਹਾਂ ਜਾਂ ਪੈਦਾਇਸ਼ੀ ਕੰਜੈਨੀਟਲ ਐਓਰਟਿਕ ਸਟੀਨੋਸਿਸ ਕਹਿੰਦੇ ਹਾਂ। ਕਈ ਲੋਕਾਂ ਨੂੰ ਬਚਪਨ ਵਿੱਚ 5 ਤੋਂ 15 ਸਾਲ ਦੀ ਏਜ ਵਿੱਚ ਗਲਾ ਖਰਾਬ ਹੋਣ ਤੋਂ ਇਨਫੈਕਸ਼ਨ ਹਾਰਟ ਵਿੱਚ ਆਉਣ ਕਰਕੇ ਰੋਮੈਟਿਕ ਫੀਵਰ ਕਰਕੇ ਵੈਲਵ ਖਰਾਬ ਹੋ ਜਾਂਦਾ ਹੈ। ਕਿਸੇ ਵੀ ਕਾਰਨ ਤੋਂ ਅਗਰ ਇਹ ਵੈਲਵ ਬੰਦ ਹੁੰਦਾ ਜਾਂ ਚੋਕ ਹੋਣਾ ਸ਼ੁਰੂ ਹੁੰਦਾ ਜਾਂ ਟਾਈਟ ਹੋਣਾ ਸ਼ੁਰੂ ਹੁੰਦਾ ਹੈ ਅਤੇ ਜਦੋਂ ਹਾਰਟ ਪੰਪ ਕਰਦਾ ਹੈ ਤਾਂ ਉਹਨੂੰ ਅਗੇਂਸਟ ਰੈਜ਼ਿਸਟੈਂਸ ਕੰਮ ਕਰਨਾ ਪੈਂਦਾ ਹੈ। ਜਿਵੇਂ ਇੱਕ ਕਾਮਨ ਵਾਟਰ ਪੰਪ ਹੈ ਜਿਹਨੇ ਸਰਕੂਲੇਸ਼ਨ ਦੇਣੀ ਹੈ, ਅਗਰ ਉਹਦੇ ਆਊਟਲੈਟ ਨੂੰ ਟਾਈਟ ਕਰਤਾ ਜਾਏ ਤਾਂ ਉਹਨੂੰ ਹੋਰ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ ਬਲੱਡ ਸਰਕੂਲੇਸ਼ਨ ਸਾਰੀ ਬਾਡੀ 'ਚ ਕਰਨ ਲਈ। ਉਹਦੇ ਦਾ ਕੀ ਅਸਰ ਹੁੰਦਾ ਕਿ ਹੌਲੀ ਹੌਲੀ ਹਾਰਟ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਜਾਂਦਾ ਹੈ, ਫੈਲਦਾ ਜਾਂਦਾ ਹੈ, ਕਾਰਡਿਕ ਐਨਲਾਰਜਮੈਂਟ ਹੁੰਦੀ ਜਾਂਦੀ ਹੈ ਐਂਡ ਐਟ ਦਾ ਸੇਮ ਟਾਈਮ ਬਲੱਡ ਜਿਹੜਾ ਹੈ ਬ੍ਰੇਨ ਨੂੰ ਔਰ ਬਾਕੀ ਆਰਗਨਸ ਨੂੰ ਘੱਟ ਮਿਲਦਾ ਹੈ। ਇਹ ਪ੍ਰੋਬਲਮ ਕਾਫੀ ਦੇਰ ਤੱਕ ਜਿਹੜੀ ਹੈ ਇਹ ਛੁਪੀ ਰਹਿੰਦੀ ਹੈ। ਅਰਲੀ ਸਟੇਜਿਸ 'ਤੇ ਪੇਸ਼ੈਂਟ ਨੂੰ ਨੋਰਮਲੀ ਇਹਦੇ ਕੋਈ ਸਿੰਪਟਮਸ ਨਹੀਂ ਆਉਂਦੇ, ਲੇਕਿਨ ਜਦੋਂ ਇਹ ਐਡਵਾਂਸ ਹੋ ਜਾਂਦਾ ਹੈ ਬਲੋਕੇਜ ਜਿਹਨੂੰ ਕਹਿੰਦੇ ਹਾਂ ਜਾਂ ਐਡਵਾਂਸਡ ਜਾਂ ਕ੍ਰਿਟੀਕਲ ਐਓਰਟਿਕ ਸਟੀਨੋਸਿਸ ਹੁੰਦਾ ਹੈ, ਉਸ ਸਟੇਜ 'ਤੇ ਪੇਸ਼ੈਂਟ ਨੂੰ ਨੋਰਮਲੀ ਥੋੜ੍ਹੇ ਸਿੰਪਟਮਸ ਆਉਣੇ ਸ਼ੁਰੂ ਹੁੰਦੇ ਜਿਹੜੇ ਕਿ ਸ਼ੁਰੂਆਤੀ ਬਿਮਾਰੀ ਵਿੱਚ ਪੇਸ਼ੈਂਟ ਨੂੰ ਐਂ ਲੱਗਦਾ ਹੈ ਕਿ ਜਿਵੇਂ ਉਹ ਜਦੋਂ ਹੈਵੀ ਐਗਜ਼ਰਸ਼ਨ ਕਰਦਾ ਹੈ ਜਾਂ ਕੋਈ ਸੀੜੀਆਂ ਵਗੈਰਾ ਚੜ੍ਹਦਾ ਹੈ ਉਸ ਟਾਈਮ 'ਤੇ ਉਹਨੂੰ ਜ਼ਿਆਦਾ ਸਾਹ ਦੀ ਦਿੱਕਤ ਹੋ ਰਹੀ ਹੈ। ਹੌਲੀ ਹੌਲੀ ਕੀ ਹੁੰਦਾ ਫਿਰ ਲੈਵਲ ਵਾਕ 'ਤੇ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਨੋਰਮਲ ਜਿਹੜੀ ਸਾਡੀ ਸੈਲਫ ਕੇਅਰ ਐਕਟੀਵਿਟੀਜ਼ ਹੈ ਉਹਦੇ ਵਿੱਚ ਵੀ ਸਾਹ ਜਾਂ ਚੱਲਣ 'ਤੇ ਛਾਤੀ 'ਚ ਭਾਰੀਪਨ ਆਉਣਾ ਜਾਂ ਜ਼ਿਆਦਾ ਐਗਜ਼ਰਸ਼ਨ ਕੀਤੇ ਚੱਕਰ ਆ ਜਾਣਾ, ਇਹ ਸਿੰਪਟਮਸ ਉਹਨੂੰ ਸ਼ੁਰੂ ਹੋ ਜਾਂਦੇ ਹੈ। ਐਂਡ ਜਦੋਂ ਹਾਰਟ ਜ਼ਿਆਦਾ ਐਡਵਾਂਸਡ ਹਾਰਟ ਫੇਲਰ ਚਲਾ ਜਾਂਦਾ ਉਦੋਂ ਇਹ ਸਿੰਪਟਮ ਜਿਹੜੇ ਬੈਠੇ ਵੀ ਪੇਸ਼ੈਂਟ ਨੂੰ ਆਉਣਾ ਸ਼ੁਰੂ ਹੋ ਜਾਂਦਾ। ਔਰ ਸਭ ਤੋਂ ਕਾਮਨ ਜਿਹੜਾ ਹੈ ਮਿਡ ਨਾਈਟ ਨੂੰ ਪੇਸ਼ੈਂਟ ਸਾਹ ਨਾਲ, ਘਬਰਾਹਟ ਨਾਲ, ਪਸੀਨੇ ਨਾਲ ਉੱਠ ਕੇ ਬਹਿ ਜਾਂਦਾ। ਬੈਠਿਆਂ ਥੋੜ੍ਹੀ ਦੇਰ ਲਈ ਆਰਾਮ ਮਿਲਦਾ ਲੇਕਿਨ ਉਹ ਇੰਨਾ ਰੈਸਟਲੈਸ ਹੁੰਦਾ ਕਿ ਥੋੜ੍ਹਾ ਬਹੁਤ ਜਿੰਨਾ ਸੌਂਦਾ 1-2 ਘੰਟੇ ਉਹ ਵੀ ਸਿਟਿੰਗ ਪੋਸਚਰ ਵਿੱਚ ਹੀ ਸੌਂਦਾ ਹੈ। ਸੋ ਇਹ ਇਹਦੀ ਨੋਰਮਲੀ ਪ੍ਰੈਜੈਂਟੇਸ਼ਨ ਹੁੰਦੀ ਹੈ। ਔਰ ਅਨਫੋਰਚੂਨੇਟਲੀ
ਡਿਸਪਾਈਟ ਦਾ ਫੈਕਟ ਕਿ ਸਾਡੇ ਕੰਟਰੀ ਵਿੱਚ ਲਗਭਗ 7 ਲੱਖ ਦੇ ਕਰੀਬ ਪੇਸ਼ੈਂਟ ਹੈ ਜਿਨ੍ਹਾਂ ਨੂੰ ਕਿ ਕ੍ਰਿਟੀਕਲ ਐਓਰਟਿਕ ਸਟੀਨੋਸਿਸ ਹੈ ਔਰ ਉਹਨਾਂ ਦੀ ਜ਼ਿੰਦਗੀ 2 ਤੋਂ 5 ਸਾਲ ਦੇ ਵਿੱਚ ਹੈ ਸਿਰਫ, ਔਰ ਉਹਨਾਂ ਨੂੰ ਅਵੇਅਰ ਹੀ ਨਹੀਂ ਹੁੰਦੇ ਕਿ ਉਹ ਕੀ ਸਾਡਾ ਜਿਹੜਾ ਹੈ ਕੋਈ ਟ੍ਰੀਟਮੈਂਟ ਵੀ ਅਵੇਲੇਬਲ ਹੈ। ਔਰ ਇਹਨਾਂ 7 ਲੱਖ ਚੋਂ ਲਗਭਗ 3 ਲੱਖ ਐਸੇ ਹੁੰਦੇ ਜਿਹੜੇ ਕਿ ਇੰਨੇ ਐਡਵਾਂਸਡ ਹੈ ਕਿ ਉਹਨਾਂ ਨੂੰ ਸਰਜਨ ਵੀ ਇਨਕਾਰ ਕਰ ਦਿੰਦੇ ਹੈ ਕਿ ਇਹ ਇੰਨੇ ਸਿੱਕ ਹੈ ਕਿ ਇਹਨਾਂ ਨੂੰ ਅਸੀਂ ਓਪਨ ਹਾਰਟ ਨਹੀਂ ਕਰ ਸਕਦੇ, ਅਨੈਸਥੀਸੀਆ ਵੀ ਇਹ ਟੋਲਰੇਟ ਨਹੀਂ ਕਰਨਗੇ। ਉਹ 3 ਲੱਖ ਪੇਸ਼ੈਂਟ ਜਿਹੜੇ ਹੈ ਉਹਨਾਂ ਲਈ ਇਹ ਲੇਟੈਸਟ ਟੈਕਨੋਲੋਜੀ ਜਿਹੜੀ ਆਈ ਹੈ ਜਿਹਨੂੰ ਕਿ ਅਸੀਂ ਟਰਾਂਸ ਐਓਰਟਿਕ ਵੈਲਵ ਰਿਪਲੇਸਮੈਂਟ ਕਹਿੰਦੇ ਹਾਂ। ਇਹਦੇ ਨਾਲ ਆਪਾਂ ਜਿਵੇਂ ਹਾਰਟ ਵਿੱਚ ਸਟੈਂਟ ਪਾਉਂਦੇ ਸੀਗੇ ਜਾਂ ਪਾ ਰਹੇ ਹਾਂ ਪਿਛਲੇ 25-30 ਸਾਲ ਤੋਂ, ਸੇਮ ਵੇ ਨਾਲ ਛੋਟੀ ਪੈਰੀਫਰਲ ਆਰਟਰੀ 'ਚੋਂ ਬਿਨਾਂ ਕੱਟ ਬਿਨਾਂ ਸਟਿਚ ਤੋਂ ਅਸੀਂ ਛੋਟੀ ਪਾਈਪ ਦੇ ਰਸਤੇ ਜਾ ਕੇ ਹਾਰਟ ਦੇ ਵੈਲਵ ਨੂੰ ਇੱਕ ਬਲੂਨ ਨਾਲ ਖੋਲ੍ਹ ਕੇ ਉੱਥੇ ਵੈਲਵ ਫਿਕਸ ਕਰਕੇ ਜਿਵੇਂ ਸਟੈਂਟ ਫਿਕਸ ਕਰਦੇ ਹਾਂ ਔਰ ਬਾਹਰ ਆ ਜਾਂਦੇ ਔਰ ਸੈਕਿੰਡ ਡੇ ਪੇਸ਼ੈਂਟ ਨੂੰ ਆਬਜ਼ਰਵ ਕਰਕੇ ਚਲਾ ਫਿਰਾ ਕੇ ਥਰਡ ਡੇ ਅਸੀਂ ਉਸ ਪੇਸ਼ੈਂਟ ਨੂੰ ਤੁਰਾ ਫਿਰਾ ਕੇ ਘਰ ਭੇਜ ਦਿੰਦੇ ਹਾਂ। ਹਾਂਜੀ, ਇਹ ਟੈਕਨੀਕ ਕਿੰਨੀ ਕੁ ਪੁਰਾਣੀ ਹੈ? ਇਹ ਟੈਕਨੀਕ ਸ਼ੁਰੂ ਹੋਈ ਸੀ 2002-2003 ਵਿੱਚ। ਉਦੋਂ 2004 'ਚ ਮੈਂ ਫਰਾਂਸ ਗਿਆ ਸੀ, ਡਾਕਟਰ ਐਲਨ ਕਰੇਬੇਅਰ ਦਾ ਸੈਂਟਰ ਸੀ ਜਿਹਨੇ ਪਹਿਲੇ ਸਭ ਤੋਂ ਇਹ ਸਟਾਰਟ ਕੀਤਾ ਸੀਗਾ ਔਰ ਉਦੋਂ ਤੋਂ ਹੀ ਮੈਨੂੰ ਬੜਾ ਐਕਸਾਈਟਿੰਗ ਲੱਗਿਆ ਸੀਗਾ ਔਰ ਜਿੱਦਾਂ ਇਵੋਲਵ ਹੁੰਦੇ ਰਿਹਾ ਮੈਂ ਇਸ ਸਾਰੀ ਟੈਕਨੋਲੋਜੀ ਵਿੱਚ ਇਨਵੋਲਵਡ ਰਿਹਾ। ਪਰ ਹੁਣ ਲਗਭਗ 4 ਸਾਲ ਤੋਂ ਫ੍ਰੀਕੁਐਂਟਲੀ ਅਸੀਂ ਹਿੰਦੁਸਤਾਨ 'ਚ ਪ੍ਰੋਸੀਜਰ ਕਰ ਰਹੇ ਹਾਂ ਕਿਉਂਕਿ ਇਹ ਕ੍ਰਿਟੀਕਲੀ ਇਲ ਪੇਸ਼ੈਂਟਸ ਲਈ ਹੈ। ਇਸ ਕਰਕੇ ਬਹੁਤ ਘੱਟ ਲੋਕ ਹੈ ਜਿਹੜੇ ਕਿ ਮਦਦ ਲਈ ਆਉਂਦੇ ਹੈ ਔਰ ਲਗਭਗ 8 ਪੇਸ਼ੈਂਟ ਅਸੀਂ ਪਿਛਲੇ 3 ਸਾਲ ਵਿੱਚ ਆਪਰੇਟ ਕੀਤੇ ਔਰ ਫੋਲੋ ਕੀਤੇ ਹੈ ਔਰ 0% ਮੋਰਟੈਲਿਟੀ ਹੈ ਐਂਡ ਦੇ ਹੈਵ ਗॉट ਐਕਸਲੈਂਟ ਕੁਆਲਿਟੀ ਆਫ ਲਾਈਫ। ਸਰਜਰੀ ਤੋਂ ਬਾਅਦ ਬਿਲਕੁਲ ਨਾਰਮਲ ਵਰਗਾ ਹਾਰਟ ਹੋ ਜਾਂਦਾ ਹੈ। ਇਸ ਪੇਸ਼ੈਂਟ ਜਿਹਦੀ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਪੇਸ਼ੈਂਟ ਵੀ ਪਿਛਲੇ 6 ਸਾਲ ਤੋਂ ਸਫਰ ਕਰ ਰਿਹਾ ਸੀਗਾ। ਪਹਿਲੇ ਇਹਦਾ ਐਓਰਟਿਕ ਵੈਲਵ ਪਰਕੂਟੇਨੀਅਸ ਜਿਹੜਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ R&R ਹਸਪੀਟਲ ਵਿੱਚ ਦਿੱਲੀ, ਲੇਕਿਨ ਉਦੋਂ ਇਹ ਕਾਮਯਾਬ ਨਹੀਂ ਹੋ ਪਾਏ ਕਿਸੇ ਕਾਰਨ ਤੋਂ। ਉਸ ਤੋਂ ਬਾਅਦ ਇਹਨਾਂ ਦੀ ਕੁਆਲਿਟੀ ਆਫ ਲਾਈਫ ਬਹੁਤ ਹੀ ਪੂਅਰ ਹੋ ਗਈ। ਜਿਵੇਂ ਤੁਸੀਂ ਵੀਡੀਓ 'ਚ ਵੀ ਦੇਖਿਆ ਉਹਨਾਂ ਦੀ ਵਾਈਫ ਦਾ ਸੰਦੇਸ਼ ਸੀਗਾ ਕਿ 2 ਕਦਮ ਚੱਲਣ ਵਿੱਚ ਵੀ ਇਹਨਾਂ ਨੂੰ ਸਾਹ ਹੁੰਦਾ ਸੀ, ਰਾਤ ਨੂੰ ਸਾਹ ਕਰਕੇ ਉੱਠ ਜਾਂਦੇ ਸੀਗੇ। ਸੋ ਇਹਨਾਂ ਨੂੰ ਅਸੀਂ ਜਦੋਂ ਟੇਕਅਪ ਕੀਤਾ ਤੇ ਕਾਫੀ ਕ੍ਰਿਟੀਕਲ ਸੀਗੇ, ਹੋਪਲੈਸ ਹੋ ਚੁੱਕੇ ਸੀਗੇ, ਰਿਜੈਕਟਡ ਸੀਗੇ ਲਾਈਫ ਤੋਂ, ਬਟ ਵੈਰੀ 2 ਦਿਨ ਬਾਅਦ ਹੀ ਵੈਲਵ ਚੇਂਜ ਕਰਨ ਦੇ ਇਹ ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ ਕਿ ਫੈਮਿਲੀ ਔਰ ਪੇਸ਼ੈਂਟ ਕਿੰਨਾ ਐਕਸਾਈਟਡ ਸੀ ਔਰ ਬਿਲਕੁਲ ਨਾਰਮਲ ਮਹਿਸੂਸ ਕਰ ਰਹੇ ਸੀ। ਹਾਂਜੀ, ਤੇ ਇਹ ਟੈਕਨੀਕ ਦਾ ਕਿੰਨਾ ਕੁ ਖਰਚਾ ਆ ਜਾਂਦਾ ਹੈ ਫਰੋਮ ਸਟਾਰਟਿੰਗ ਟਿਲ ਐਂਡ? ਸਾਰਾ ਕੁੱਲ ਮਿਲਾ ਕੇ ਕਿੰਨਾ ਕੁ ਪੈਸਾ ਲੱਗਦਾ ਹੈ? ਜਿਹੜਾ ਅਮਰੀਕਨ ਵੈਲਵ ਹੈ ਉਹਦੇ 'ਚ ਲਗਭਗ 30-32 ਲੱਖ ਦਾ ਖਰਚਾ ਹੁੰਦਾ ਹੈ, ਲੇਕਿਨ ਹੁਣ ਮੈਰਲ ਸਾਇੰਸਿਸ ਨੇ, ਲਾਈਫ ਸਾਇੰਸਿਸ ਨੇ ਇਹਨੂੰ ਟੈਕਨੋਲੋਜੀ ਨੂੰ ਇੰਡੀਆ ਵਿੱਚ ਡਿਵੈਲਪ ਕੀਤਾ ਹੈ ਜਿਹਦੇ ਨਾਲ ਕਿ ਲਗਭਗ 50% ਕਾਸਟ ਆ ਗਿਆ, 15 ਲੱਖ ਦੇ ਕਰੀਬ ਟੋਟਲ ਖਰਚਾ ਆਉਂਦਾ ਇਨਕਲੂਡਿੰਗ ਹਸਪੀਟਲਾਈਜੇਸ਼ਨ। ਤੇ ਦੈਟ ਇਜ਼ ਆਲ ਵੀ ਨੋ ਅਬਾਊਟ ਕਾਸਟ ਐਟ ਦਾ ਮੋਮੈਂਟ। ਹਾਂਜੀ, ਤੇ ਇਹ ਜਿਹੜਾ ਵਾਲਵ ਇੰਪਲਾਂਟ ਕਰ ਰਹੇ ਹੋ ਇਹ ਸੁਰੱਖਿਅਤ ਹੈ? ਕਿਸੇ ਨੂੰ ਕੋਈ ਹੋਰ ਕੰਪਲਿਕੇਸ਼ਨ ਆਉਂਦੀ ਹੋਵੇ ਜਾਂ ਕੋਈ ਹੋਰ ਸੇਫਟੀ ਕੰਸਰਨ ਹੋਵੇ? ਦੈਟਸ ਵਾਈ ਮੈਂ ਕਹਿ ਰਿਹਾ ਸੀਗਾ ਕਿ ਇਹ 2002-03 ਤੋਂ ਸਟਾਰਟ ਹੋਈ ਹੈ ਟੈਕਨੋਲੋਜੀ ਔਰ 18 ਸਾਲ ਅੱਛੀ ਤਰ੍ਹਾਂ ਚੈੱਕ ਹੋਣ ਤੋਂ ਬਾਅਦ ਹੁਣ ਅਸੀਂ ਕੌਨਫੀਡੈਂਟਲੀ ਕਹਿ ਸਕਦੇ ਹਾਂ ਕਿ ਇਹ ਇੰਨਾ ਸਿੰਪਲ ਹੈ ਜਿਵੇਂ ਕਿ ਸਟੈਂਟ ਪਾਉਣਾ ਹੈ ਔਰ ਲੈਸ ਦੈਨ 1% ਕੰਪਲਿਕੇਸ਼ਨ ਰੇਟ ਹੈ। ਔਰ ਮੈਡੀਕਲ ਸਾਇੰਸ ਵਿੱਚ 0% ਕੰਪਲਿਕੇਸ਼ਨ ਰੇਟ ਕਦੇ ਵੀ ਨਹੀਂ ਹੁੰਦਾ। ਅਗਰ ਕੋਈ ਬੰਦਾ ਕਹਿੰਦਾ ਕਿ 0% ਤੇ ਮੈਂ ਕੰਮ ਕਰ ਰਿਹਾ ਤਾਂ ਜਾਂ ਉਹਨੂੰ ਕੰਪਲਿਕੇਸ਼ਨਸ ਦੇ ਬਾਰੇ ਪਤਾ ਨਹੀਂ ਹੈ ਜਾਂ ਉਹ ਸਾਨੂੰ ਝੂਠ ਬੋਲ ਰਿਹਾ। ਬਟ 1% ਨੂੰ ਨੈਗਲੀਜੀਬਲ ਕੰਪਲਿਕੇਸ਼ਨ ਰੇਟ ਮੰਨਿਆ ਜਾਂਦਾ ਹੈ ਔਰ ਇਹ ਇੰਨਾ ਹਾਈਲੀ ਸਾਇੰਟੀਫਿਕਲੀ ਸਪੋਰਟਡ ਟੈਕਨੀਕ ਹੈ ਕਿ ਇਹਦੇ 'ਚ ਇੱਕ ਟੀਮ ਵਰਕ ਕੰਮ ਕਰਦੀ ਹੈ, ਕਾਰਡੀਓਲੋਜਿਸਟ ਦੀ, ਬੈਕਅਪ ਐਨੈਸਥੀਸੀਆ ਦੀ, ਟਰਾਂਸ ਈਸੋਫੇਜੀਅਲ ਇਕੋਕਾਰਡੀਓਗ੍ਰਾਫਰ ਦੀ, ਨਾਲ ਮੈਡੀਕਲ ਇੰਜੀਨੀਅਰਸ ਦੀ, ਜਿਹੜੇ ਕਿ ਸੀਟੀ ਨੂੰ ਐਨਾਲਾਈਜ਼ ਕਰਕੇ 1-1 ਮਿਲੀਮੀਟਰ ਦੀ ਅਸੈਸਮੈਂਟ ਹੁੰਦੀ ਕਿ ਇਸ ਪਾਰਟਿਕੂਲਰ ਪੇਸ਼ੈਂਟ 'ਤੇ ਕਿਹੜੇ ਐਂਗਲ 'ਤੇ ਜਾ ਕੇ ਅਸੀਂ ਵੈਲਵ ਲਗਾਉਣਾ ਹੈ, ਕਿਹੜੇ ਸਾਈਜ਼ ਦਾ ਵੈਲਵ ਲਗਾਉਣਾ ਹੈ ਔਰ ਰਸਤੇ ਸਾਨੂੰ ਕੀ ਰੁਕਾਵਟਾਂ ਆ ਸਕਦੀਆਂ। ਜਿਵੇਂ ਸਾਡੇ ਇੱਕ ਪੇਸ਼ੈਂਟ ਦੀ ਸਾਰੀਆਂ ਹੀ ਆਰਟਰੀਜ਼ ਬੰਦ ਸੀਗੀਆਂ, ਉਹਨੂੰ ਅਸੀਂ ਲੈਫਟ ਸਬਕਲੇਵੀਅਨ ਆਰਟਰੀ ਤੋਂ ਪਾਇਆ ਹੈ, ਜਿਹੜਾ ਕਿ ਸਾਰੇ ਏਰੀਆ ਦਾ ਫਸਟ ਕੇਸ ਸੀਗਾ। ਜਿਹੜੀ ਬਾਂਹ ਦੀ ਆਰਟਰੀ ਹੈ ਉਹਦੇ ਛੋਟਾ ਜਿਹਾ ਹੋਲ ਕਰਕੇ ਉਹਦੇ ਥਰੂ ਜਾ ਕੇ ਅਸੀਂ ਵੈਲਵ ਉਹਦੇ 'ਚ ਫਿਕਸ ਕਰਕੇ ਆਏ। ਸੋ ਹੁਣ ਇਹ ਪੂਰੀ ਫੁੱਲੀ ਇਵੋਲਵ ਟੈਕਨੀਕ ਹੈ, ਐਬਸੋਲੂਟਲੀ ਸੇਫ ਹੈ ਔਰ ਆਈ ਫੀਲ ਕਿ ਜਿਵੇਂ ਹੌਲੀ ਹੌਲੀ ਇਹਦੇ ਵੋਲਿਊਮਸ ਇਨਕਰੀਜ਼ ਕਰਨਗੇ ਤੇ ਟਾਈਮ ਨਾਲ ਕਾਸਟ ਜਿਹੜੀ ਹੈ ਉਹ ਘਟੇਗੀ। ਕੀ ਇਹ ਪਲਮੋਨਰੀ ਥ੍ਰੋਮਬੋਸਿਸ ਵਿੱਚ ਵੀ ਕੰਮ ਕਰ ਸਕਦਾ ਇਹੀ ਵਾਲਵ? ਪਲਮਨਰੀ ਵੈਲਵ ਅਲੱਗ ਹੈ, ਪਲਮਨਰੀ ਵੈਲਵ ਵੀ ਅਲੱਗ ਹੁੰਦਾ ਹੈ ਤੇ ਪਲਮਨਰੀ ਸਾਈਡ ਤੇ ਦੂਸਰਾ ਵੈਲਵ ਪੈਂਦਾ ਹੈ
ਪਰ ਟੈਕਨੀਕ ਲਗਭਗ ਸੇਮ ਹੈ, ਉਹ ਵੀ ਅਸੀਂ ਕਰ ਰਹੇ ਹਾਂ। ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਜਦੋਂ ਇੱਕ ਵਾਰੀ ਇਹ ਵਾਲਵ ਲਗਵਾ ਲਿਆ, ਇਹਨੂੰ ਬਦਲਾਉਣ ਦੀ ਕਦੋਂ ਲੋੜ ਪੈਂਦੀ ਹੈ, ਕਦੋਂ ਰਿਪਲੇਸਮੈਂਟ ਕਰੀਏ? ਅਜੇ ਤੱਕ ਸਾਡੇ ਕੋਲ ਲਗਭਗ 7 ਤੋਂ 8 ਸਾਲ ਦਾ ਡਾਟਾ ਹੈ। ਇੰਨੇ ਵਿੱਚ ਹਜੇ ਤੱਕ ਕਿਸੇ ਵੀ ਪੇਸ਼ੈਂਟ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਪਈ। ਤੇ ਇਹ ਇੱਕ ਵਾਰੀ ਲਗਵਾਉਣ ਤੋਂ ਬਾਅਦ ਜ਼ਿੰਦਗੀ ਦਾ ਮਿਆਰ ਕਿਵੇਂ ਹੋ ਜਾਂਦਾ ਹੈ? ਅਗਰ ਇਹ ਹਾਰਟ ਨੂੰ ਡੈਮੇਜ ਹੋਣ ਤੋਂ ਪਹਿਲੇ ਅਸੀਂ ਲਗਾਉਂਦੇ ਹਾਂ, ਟਾਈਮਲੀ ਲਗਾਉਂਦੇ ਹਾਂ, ਤੇ ਹਾਰਟ ਨਾਰਮਲ ਵਾਂਗੂ ਹੋ ਜਾਂਦਾ। ਜੋ ਨਾਰਮਲ ਉਹਦੀ ਲਾਈਫ ਐਕਸਪੈਕਟੈਂਸੀ ਹੋਣੀ ਸੀ ਵਿਦਆਊਟ ਹਾਰਟ ਡਿਜ਼ੀਜ਼, ਉਹੀ ਲਾਈਫ ਐਕਸਪੈਕਟੈਂਸੀ ਔਰ ਕੁਆਲਿਟੀ ਆਫ ਲਾਈਫ ਪੇਸ਼ੈਂਟ ਐਕਸਪੈਕਟ ਕਰ ਸਕਦਾ। ਕੀ ਤੁਸੀਂ ਪਲੀਜ਼ ਮੈਨੂੰ ਦੱਸੋਗੇ ਆਮ ਆਦਮੀ ਦੀ ਲੈਂਗੁਏਜ ਵਿੱਚ ਐਂਜੀਓਪਲਾਸਟੀ ਤੇ ਐਂਜੀਓਗ੍ਰਾਫੀ 'ਚ ਕੀ ਫਰਕ ਹੈ? ਕਿਉਂਕਿ ਬਹੁਤ ਵਾਰੀ ਐ ਹੁੰਦਾ ਹੈ, ਡਾਕਟਰਸ ਲਿਖ ਦਿੰਦੇ ਹੈ ਐਂਜੀਓਗ੍ਰਾਫੀ ਤੇ ਕੋਈ ਜਾ ਕੇ ਐਂਜੀਓਪਲਾਸਟੀ ਕਰਾ ਰਿਹਾ ਹੁੰਦਾ ਹੈ, ਕੋਈ ਐਂਜੀਓਪਲਾਸਟੀ ਲਗਾਤੇ ਤੇ ਉਹ ਕੁਝ ਹੋਰ ਕਰਾ ਰਿਹਾ ਹੁੰਦਾ ਹੈ। ਤਾਂ ਆਮ ਲੋਕਾਂ ਦੀ ਲੈਂਗੁਏਜ ਕੀ ਹੁੰਦਾ ਹੈ? ਐਂਜੀਓਗ੍ਰਾਫੀ ਜਿਹੜੀ ਇੱਕ ਟੈਸਟ ਹੈ। ਐਨਜੀਓ ਮਤਲਬ ਨਾੜੀਆਂ, ਗ੍ਰਾਫੀ ਮੀਨਸ ਉਹਦੀ ਫੋਟੋ। ਸੋ ਸਿੰਪਲ ਵਰਡਸ ਵਿੱਚ ਜਦੋਂ ਅਸੀਂ ਹਾਰਟ ਦੀ ਨਾੜੀ ਵਿੱਚ ਦਵਾਈ ਪਾ ਕੇ ਉਹਦੀ ਡਿਜੀਟਲ ਫੋਟੋ ਲੈਂਦੇ ਹਾਂ, ਉਹਨੂੰ ਐਂਜੀਓਗ੍ਰਾਫੀ ਕਹਿੰਦੇ ਆ। ਤੇ ਐਂਜੀਓਪਲਾਸਟੀ ਜਿਹੜੀ ਹੈ, ਐਂਜੀਓ ਮੀਨਸ ਨਾੜੀ, ਪਲਾਸਟੀ ਮੀਨਸ ਉਹਦੀ ਰਿਪੇਅਰ। ਅਗਰ ਉਹ 80% ਤੋਂ ਜ਼ਿਆਦਾ ਬੰਦ ਹੈ ਤੇ ਉਹਨੂੰ ਅਸੀਂ ਬੈਲੂਨ ਨਾਲ ਖੋਲ ਕੇ ਪਲਾਸਟਿਕ ਰਿਪੇਅਰ ਕਰਕੇ ਉਹਦੇ ਸਟੈਂਟ ਪਾ ਦਿੰਦੇ ਹਾਂ। ਉਸ ਪ੍ਰੋਸੈਸ ਨੂੰ ਐਂਜੀਓਪਲਾਸਟੀ ਕਹਿੰਦੇ ਆ। ਤੇ ਜਿੱਥੇ ਐਂਜੀਓਗ੍ਰਾਫੀ ਇੱਕ ਟੈਸਟ ਹੈਗਾ, ਐਂਜੀਓਪਲਾਸਟੀ ਇੱਕ ਸਪੈਸੀਫਿਕ ਟ੍ਰੀਟਮੈਂਟ ਹੈ ਉਹਦਾ। ਸੋ ਐਂਜੀਓਗ੍ਰਾਫੀ ਕੀਤੀ ਜਾਂਦੀ ਹੈ ਦੇਖਣ ਲਈ ਕਿ ਕਿਸੇ ਨੂੰ ਬਲੋਕੇजेस ਹੈ ਕਿ ਨਹੀਂ ਹੈ, ਕਿਹੜੀਆਂ ਨਾੜੀਆਂ 'ਚ ਹੈ, ਤੇ ਉਹਦੇ ਲਈ ਮੋਸਟ ਐਪਰੋਪਰੀਏਟ ਟ੍ਰੀਟਮੈਂਟ ਕੀ ਹੈਗਾ। ਔਰ ਐਂਜੀਓਪਲਾਸਟੀ ਉਹਦਾ ਸਪੈਸੀਫਿਕ ਟ੍ਰੀਟਮੈਂਟ ਹੈ। ਤੇ ਇੱਕ ਹੋਰ ਗੱਲ, ਲੋਕਾਂ ਨੂੰ ਕਈ ਵਾਰੀ ਦਿਲ ਦੀ ਬਿਮਾਰੀ ਹੁੰਦੀ ਹੈ, ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਜਾ ਕੇ ਡਾਕਟਰ ਕੋਲ ਆਪਣੇ ਆਪ ਨੂੰ ਦਿਖਾਉਣ, ਕੋਈ ਆਪਰੇਸ਼ਨ ਕਰਾਉਣ ਜਾਂ ਨਾ ਕਰਾਉਣ। ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਬਿਲਕੁਲ। ਉਹਨਾਂ ਨੂੰ ਐਂ ਲੱਗਦਾ ਹੈ ਕੋਈ ਵੈਸੀ ਦਰਦ ਉੱਠ ਰਿਹਾ ਜਾਂ ਕੁਝ ਵੀ ਨਹੀਂ ਪਤਾ ਹੁੰਦਾ। ਉਹ ਆਪਣੇ ਆਪ ਨੂੰ ਇੱਥੇ ਕਿਵੇਂ ਬਚਾਉਣ, ਕੀ ਕਰਨਾ ਚਾਹੀਦਾ ਉਹਨਾਂ ਨੂੰ? ਅਵੇਅਰਨੈਸ ਸਭ ਤੋਂ ਵੱਡੀ ਚੀਜ਼ ਹੈ। ਈਵਨ ਹਾਰਟ ਅਟੈਕ ਹੋਣ ਤੋਂ ਬਾਅਦ ਅਸੀਂ ਦੇਖਿਆ ਕਿ ਸਾਰੀ ਰਾਤ ਪੇਸ਼ੈਂਟ ਘਰ ਰਹਿ ਜਾਂਦੇ ਆ, ਉਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹਨੂੰ ਗੈਸ ਸਮਝੀ ਜਾਂਦੇ ਆ ਕਿ ਮੈਨੂੰ ਗੈਸ ਹੈ ਇਸ ਕਰਕੇ ਘਬਰਾਹਟ ਹੋ ਰਹੀ ਹੈ, ਪਸੀਨਾ ਆ ਰਿਹਾ, ਇੱਥੇ ਗੈਸ ਬਣ ਰਹੀ ਹੈ। ਔਰ ਇਹ ਗੈਸ ਦੇ ਚੱਕਰ 'ਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੀ ਲਾਈਫ ਲੂਜ਼ ਕਰਦੇ ਆ। ਪਹਿਲੀ ਚੀਜ਼ ਤਾਂ ਕਿ ਇਹਨੂੰ ਪ੍ਰੀਵੈਂਟ ਕਰੋ ਜਿੰਨਾ ਮੈਕਸਿਮਮ ਹੋ ਸਕਦਾ ਹੈਲਦੀ ਲਾਈਫ ਸਟਾਈਲ ਦੇ ਨਾਲ। ਬਿਕੋਜ਼ ਹਾਰਟ ਅਟੈਕ ਜਾਂ ਹਾਰਟ ਡਿਜ਼ੀਜ਼ ਜਿਹੜੀ ਹੈ ਉਹ ਇਹਨੂੰ ਲਾਈਫ ਸਟਾਈਲ ਡਿਜ਼ੀਜ਼ ਕਹਿੰਦੇ, ਅਨਹੈਲਦੀ ਲਾਈਫ ਸਟਾਈਲ ਨਾਲ ਰਿਲੇਟਡ ਹੈ। ਤੇ ਆਪਣੀ ਸ਼ੁਰੂ ਤੋਂ ਹੀ ਲਾਈਫ ਸਟਾਈਲ ਜਿਹੜੀ ਹੈ ਉਹ ਹੈਲਦੀ ਰੱਖੋ। ਡਿਜ਼ੀਜ਼ ਕੋਈ ਵੀ ਹੈ, ਤੁਹਾਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ ਜਾਂ ਕੋਲੈਸਟਰੋਲ ਹੈ, ਟਾਈਮਲੀ ਉਹਨੂੰ ਡਿਟੈਕਟ ਕਰਕੇ ਉਹਨੂੰ ਟ੍ਰੀਟ ਕਰੋ, ਕਿਉਂਕਿ ਇਹ ਮੇਜਰ ਕਾਰਨ ਹੁੰਦੇ ਹਾਰਟ ਅਟੈਕ ਹੋਣ ਦਾ। ਪ੍ਰੀਵੈਂਸ਼ਨ ਤੋਂ ਬਾਵਜੂਦ ਹਾਈ ਲੈਵਲ ਆਫ ਸਸਪੀਸ਼ਨ ਰੱਖੋ। ਅਗਰ ਕੋਈ ਵੀ ਸਿੰਪਟਮਸ ਆਉਂਦੇ ਹੈ ਤਾਂ ਇਮੀਡੀਏਟਲੀ ਆਪਣੀ ECG ਕਰਾ ਕੇ ਆਪਣੇ ਡਾਕਟਰ ਨੂੰ ਕੰਸਲਟ ਕਰੋ। ਔਰ ਅਗਰ ਕੋਈ ਹਾਰਟ ਹਾਈ ਟੈਸਟ ਕਹਿੰਦਾ ਜਿਵੇਂ TMT ਜਾਂ ਈਕੋ ਵਗੈਰਾ, ਤਾਂ ਉਸੇ ਟਾਈਮ ਉਹਨੂੰ ਇਗਨੋਰ ਨਾ ਕਰੋ। 90% ਸੀ ਅਸੀਂ ਸਟੈਂਟ ਕਰ ਰਹੇ ਹਾਂ ਹਾਰਟ ਅਟੈਕ ਵਿੱਚ ਲਗਭਗ 27 ਸਾਲ ਤੋਂ। 1994 ਵਿੱਚ ਮੈਂ ਸਟਾਰਟ ਕੀਤਾ ਸੀਗਾ। ਔਰ ਇਹਦੀ ਸਾਡੀ ਇਹੀ ਆਬਜ਼ਰਵੇਸ਼ਨ ਹੈ ਕਿ ਜੋ ਟਾਈਮ 'ਤੇ ਆਉਂਦਾ ਉਹਨੂੰ ਕਦੇ ਕੁਝ ਨਹੀਂ ਹੋਇਆ, ਔਰ ਜਿਹੜਾ ਇਗਨੋਰ ਕਰ ਜਾਂਦਾ, ਲੇਟ ਹੋ ਜਾਂਦਾ ਹੈ, ਉਹਦਾ ਰਿਸਕ ਵੀ ਵੱਧ ਜਾਂਦਾ ਕੁਝ ਵੀ ਪ੍ਰੋਸੀਜਰ ਕਰਾਉਣ ਦਾ, ਔਰ ਉਹਦੀ ਲਾਈਫ ਐਕਸਪੈਕਟੈਂਸੀ ਨਹੀਂ ਆ ਪਾਉਂਦੀ ਡੈਮੇਜ ਹੋਣ ਤੋਂ ਬਾਅਦ, ਜੋ ਕਿ ਉਸ ਆਦਮੀ ਦੀ ਹੁੰਦੀ ਹੈ ਜਿਹਨੂੰ ਕਿ ਟਾਈਮ 'ਤੇ ਟ੍ਰੀਟਮੈਂਟ ਮਿਲ ਗਿਆ। ਸੋ ਇਗਨੋਰ ਕੀਤੇ ਬਿਨਾ ਇਹਨੂੰ ਸੀਰੀਅਸਲੀ ਲੈ ਕੇ ਇਮੀਡੀਏਟਲੀ ਟ੍ਰੀਟਮੈਂਟ। ਗੱਲ ਕਰੀਏ ਆਪਾਂ ਕਰੋਨਾ ਮਹਾਮਾਰੀ ਦੀ, ਇਸ ਮਹਾਮਾਰੀ 'ਚ ਸਾਰੀ ਦੁਨੀਆ ਚਪੇਟ 'ਚ ਆ ਚੁੱਕੀ। ਬਹੁਤ ਸਾਰੇ ਆਰਗਨਸ ਹੈ, ਹਰ ਇੱਕ ਚੀਜ਼ ਲਾ ਲਓ ਇਹਦੇ ਵਿੱਚ ਇਫੈਕਟ ਹੁੰਦੀ ਹੈ। ਜੇ ਤੁਸੀਂ ਸਾਰਿਆਂ ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾ ਮੈਸੇਜ ਤਾਂ ਮੈਂ ਇਹ ਦੇਵਾਂਗਾ ਕਿ ਕਰੋਨਾ ਜਿਹੜੀ ਹੈ ਉਹਨੂੰ ਅਸੀਂ ਇੱਕ ਜੁਆਇੰਟ ਐਫਰਟ ਨਾਲ ਪ੍ਰੀਵੈਂਟ ਕਰ ਸਕਦੇ ਹਾਂ। ਨਾ ਇਹਨੂੰ ਕੋਈ ਸਰਕਾਰ ਪ੍ਰੀਵੈਂਟ ਕਰ ਸਕਦੀ, ਨਾ ਮੈਡੀਕਲ ਪ੍ਰੋਫੈਸ਼ਨ ਪ੍ਰੀਵੈਂਟ ਕਰ ਸਕਦਾ। ਔਰ ਐਟ ਦਾ ਮੂਮੈਂਟ ਬੈਸਟ ਇਹਦਾ ਸੋਲਿਊਸ਼ਨ ਜਿਹੜਾ ਪ੍ਰੀਵੈਂਸ਼ਨ ਹੈ। ਟ੍ਰੀਟਮੈਂਟ ਵੀ ਹੈਗਾ ਉਹ ਆਪਣੀ ਜਗ੍ਹਾ ਹੈ, ਲੇਕਿਨ ਦੇ ਸੇ ਨਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਤਾਂ ਪ੍ਰੀਵੈਂਸ਼ਨ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਹ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ, ਬੰਦੇ ਤੋਂ ਬੰਦੇ ਨੂੰ ਫੈਲਦੀ ਹੈ। ਔਰ ਜਿਹੜੇ ਚੇਂਜ ਹੋਏ ਆ ਹੁਣ ਸਟ੍ਰੇਨ, ਔਰ ਹੋਰ ਵੀ ਜ਼ਿਆਦਾ ਇਨਫੈਕਟਿਵ ਹੈਗੇ, ਇਮੀਡੀਏਟਲੀ ਕਰਾਊਡ ਨੂੰ ਇਨਵੋਲਵ ਕਰ ਲਏਗੀ। ਸੋ ਇਹਦੇ 'ਚ ਸਾਨੂੰ ਡਿਸਿਪਲਿਨ ਮੇਨਟੇਨ ਕਰਨਾ, ਕਰੋਨਾ ਐਪਰੋਪਰੀਏਟ ਬਿਹੇਵੀਅਰ ਰੱਖਣਾ, ਜਿਵੇਂ ਚੰਗੀ ਤਰ੍ਹਾਂ ਮਾਸਕ ਲਗਾ ਕੇ ਰੱਖਣਾ, 1 ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਰੱਖਣਾ, ਕਰਾਊਡਡ ਪਲੇਸਿਸ 'ਤੇ ਅਵੋਇਡ ਕਰਨਾ, ਫੰਕਸ਼ਨਸ ਜਾਂ ਗੈਦਰਿੰਗਸ ਨੂੰ ਸੋਸ਼ਲੀ ਵੀ ਅਸੀਂ ਅਵੋਇਡ ਕਰੀਏ। ਅਗਰ 2 ਸਾਲ ਅਸੀਂ ਕੋਈ ਸੋਸ਼ਲ ਗੈਦਰਿੰਗਸ ਨਹੀਂ ਕਰਾਂਗੇ ਤਾਂ ਕੋਈ ਐਸੀ ਨਹੀਂ ਵਿਗੜਨ ਲੱਗੀ ਗੱਲ। ਲੇਕਿਨ ਜਦੋਂ ਇੱਕ ਵੀ ਸੁਪਰ ਸਪਰੈਡਰ ਅਗਰ ਉਸ ਗੈਦਰਿੰਗ 'ਚ ਹੈ, ਸਾਰਿਆਂ ਨੂੰ ਬਿਮਾਰ ਕਰ ਦੇਗਾ ਉਹ। ਅਤੇ
कोविड एप्रोप्रिएट बिहेवियर रखिए। और दूसरा इंपॉर्टेंट चीज़ ये है ਕਾਰਡੀਅਕ ਪੇਸ਼ੈਂਟਸ ਦੇ ਪੁਆਇੰਟ ਆਫ ਵਿਊ ਨਾਲ, ਕਿਉਂਕਿ ਜਿਵੇਂ ਲੰਗਸ ਤੋਂ ਬਾਅਦ ਸੈਕਿੰਡ ਕਾਮਨੈਸਟ ਆਰਗਨ ਜਿਹੜਾ ਹੈ ਉਹ ਹਾਰਟ ਹੀ ਇਨਵੋਲਵ ਹੁੰਦਾ ਹੈ, ਹਾਰਟ ਅਟੈਕ ਨੂੰ ਟ੍ਰਿਗਰ ਕਰ ਸਕਦਾ ਹੈ। ਤੇ ਹਾਰਟ ਵਾਲੇ ਪੇਸ਼ੈਂਟਸ ਨੂੰ ਆਪਣੀ ਮੈਡੀਸਿਨਸ ਦੇ ਬਾਰੇ ਹੋਰ ਵੀ ਜ਼ਿਆਦਾ ਵਾਚਫੁਲ ਰਹਿਣਾ ਹੈ ਇਸ ਪੈਂਡੈਮਿਕ ਦੇ ਦੌਰਾਨ, ਪਹਿਲੀ ਚੀਜ਼। ਦੂਸਰੀ, ਆਪਣਾ ਐਕਸਟਰਾ ਸਟਾਕ ਆਪਣੇ ਕੋਲ ਰੱਖਣ ਤਾਂ ਕਿ ਅਗਰ ਕੋਈ ਲੋਕਡਾਊਨ ਹੁੰਦਾ ਜਾਂ ਕੋਈ ਕੈਮਿਸਟ ਨੂੰ ਦੀ ਅਵੇਲੇਬਿਲਿਟੀ ਨਹੀਂ ਹੋ ਪਾਉਂਦੀ ਇਹਨਾਂ ਨੂੰ ਤਾਂ ਐਕਸਟਰਾ ਸਟਾਕ ਸਾਡੇ ਕੋਲ ਅਵੇਲੇਬਲ ਹੋਏ। ਰੈਗੂਲਰ ਆਪਣਾ ਬੀਪੀ ਵਗੈਰਾ ਜਿਹੜਾ ਹੈ, ਬੀਪੀ ਔਰ ਬਲੱਡ ਸ਼ੂਗਰ ਵਗੈਰਾ ਘਰ 'ਤੇ ਚੈੱਕ ਕਰਨ ਔਰ ਉਹਨੂੰ ਮੈਡੀਸਨ ਆਪਣੀ ਜਿਹੜੀ ਉਹ ਰੈਗੂਲੇਟ ਕਰਾਉਣ ਆਪਣੇ ਡਾਕਟਰ ਤੋਂ, ਅਗਰ ਉਹ ਆਊਟ ਆਫ ਕੰਟਰੋਲ ਜਾ ਰਿਹਾ ਹੈ। ਔਰ ਬਹੁਤ ਹਾਈ ਲੈਵਲ ਆਫ ਸਸਪੀਸ਼ਨ ਰੱਖਣ, ਅਗਰ ਕੋਈ ਸਿੰਪਟਮਸ ਹੋਣ ਤੇ ਇਮੀਡੀਏਟਲੀ ਆਪਣੇ ਡਾਕਟਰ ਨੂੰ ਕੰਟੈਕਟ ਕਰਨ। ਅਗਰ ਫਾਲਸ ਅਲਾਰਮ ਹੈ ਤੇ ਉਹਦੀ ਵਰੀ ਨਾ ਕਰਨ, ਔਰ ਅਗਰ ਟਰੂ ਅਲਾਰਮ ਹੈ ਤਾਂ ਉਹਦੀ ਬਿਲਕੁਲ ਕੇਅਰ ਕਰਨ। ਔਰ ਇਹ ਸਾਰੀਆਂ ਟਿਪਸ ਅਗਰ ਪੇਸ਼ੈਂਟਸ ਅੱਜ ਦੇ ਟਾਈਮ ਵਿੱਚ ਲੈਂਦਾ ਹੈ ਤੇ ਉਹਨੂੰ ਖਤਰਾ ਨਾ ਦੇ ਬਰਾਬਰ ਹੈ ਇਸ ਡਿਜ਼ੀਜ਼ ਤੋਂ, ਉਨਾ ਹੀ ਹੈ ਜਿੰਨਾ ਕਿ ਕਰੋਨਾ ਦੀ ਐਬਸੈਂਸ ਵਿੱਚ ਸੀਗਾ। ਬਿਲਕੁਲ, ਤੁਹਾਡੇ ਕਹਿਣ ਦਾ ਮਤਲਬ ਹੈ ਬਚਾਵ 'ਚ ਹੀ ਬਚਾਵ ਹੈ। ਹਾਂਜੀ ਸਰ, ਤੁਸੀਂ ਮੈਨੂੰ ਆਹ ਦੱਸੋ, ਵੈਕਸੀਨ ਦੇ ਬਾਰੇ ਤੁਹਾਡਾ ਕੀ ਕਹਿਣਾ, ਲਗਵਾਉਣੀ ਚਾਹੀਦੀ ਹੈ ਜਾਂ ਨਹੀਂ ਲਗਵਾਉਣੀ ਚਾਹੀਦੀ? ਵੈਕਸੀਨ ਤਾਂ ਇਕੱਲਾ ਇੱਕ ਐਸਾ ਹੋਪ ਹੈ ਜਿਹੜਾ ਕਿ ਅੱਜ ਦਿਖ ਰਿਹਾ, ਜਿਹਦੇ ਕਾਰਨ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਪਾਏ ਹਾਂ। ਜਿਨ੍ਹਾਂ ਕੰਟਰੀਜ਼ ਵਿੱਚ ਤੇਜ਼ੀ ਨਾਲ ਇਹ ਵੈਕਸੀਨ ਹੋ ਰਹੀ ਹੈ ਉਹਨਾਂ 'ਚ ਦੇਖੋ ਕਿੰਨਾ ਕੰਟਰੋਲ 'ਚ ਆਇਆ ਹੈ। USA ਦੀ ਗੱਲ ਕਰੋ, ਕਦੇ 3 ਲੱਖ ਪੇਸ਼ੈਂਟ ਆਉਂਦੇ ਸੀਗੇ, ਅੱਜ 50-60 ਤੇ ਗਏ ਹੈ। ਮੋਰਟੈਲਿਟੀ ਉੱਥੇ ਬਹੁਤ ਘੱਟ ਹੈ। ਉਹਦਾ ਰੀਜ਼ਨ ਇਹ ਹੈ ਕਿ ਕੁਇਕ ਰੋਲ ਆਊਟ, ਔਰ ਉਹਨਾਂ ਕੰਟਰੀਜ਼ ਦਾ ਨੂੰ ਇੱਕ ਐਡਵਾਂਟੇਜ ਵੀ ਹੈ ਕਿ ਪੋਪੂਲੇਸ਼ਨ ਲਿਮਿਟਡ ਹੈ, ਸਾਡੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ। ਪਰ ਜਿੰਨੇ ਵੀ ਤੇਜ਼ੀ ਨਾਲ ਅਸੀਂ ਵੈਕਸੀਨੇਸ਼ਨ ਡਰਾਈਵ ਨੂੰ ਜਿਹੜਾ ਹੈ ਪ੍ਰਮੋਟ ਕਰ ਸਕੀਏ ਔਰ ਖੁਦ ਉਹਦੇ 'ਚ ਪਾਰਟਿਸਿਪੇਟ ਕਰ ਸਕੀਏ ਅੱਗੇ ਹੋ ਕੇ, ਉਨਾ ਹੀ ਸਾਡੇ ਕੰਟਰੀ ਨੂੰ ਛੇਤੀ ਬਚਾਓ ਹੋਏਗਾ ਇਸ ਬਿਮਾਰੀ ਤੋਂ। ਸੋ ਡੈਫੀਨੇਟਲੀ ਕਰਾਉਣਾ ਚਾਹੀਦਾ ਹੈ। ਕੋਈ ਵੀ ਟ੍ਰੀਟਮੈਂਟ ਹੈ ਉਹਦਾ 0.1% 0.2% ਜਿਹੜਾ ਹੈ ਉਹ ਰਿਸਕ ਹੈ, ਬਟ ਅਗਰ 99% ਸੇਫਟੀ ਦਿੰਦਾ ਔਰ 0.1% ਰਿਸਕ ਦਿੰਦਾ ਹੈ ਤੇ ਸਮਝਦਾਰੀ ਇਸੀ ਗੱਲ 'ਚ ਹੈ ਕਿ ਅਸੀਂ ਉਸ ਟ੍ਰੀਟਮੈਂਟ ਨੂੰ ਲਈਏ। ਸਿਮਿਲਰਲੀ ਵੈਕਸੀਨ ਵਿੱਚ ਵੀ ਰੇਅਰੈਸਟ ਆਫ ਰੇਅਰ ਕੇਸਿਸ ਵਿੱਚ ਕੰਪਲਿਕੇਸ਼ਨਸ ਆ ਸਕਦੀਆਂ, ਬਟ ਅਗਰ ਇਮੀਡੀਏਟਲੀ ਰਿਪੋਰਟ ਕਰੋ ਤਾਂ ਉਹਦਾ ਇਮੀਡੀਏਟਲੀ ਹੱਲ ਹੈ। ਔਰ ਅਗਰ ਕਰੋਨਾ ਹੁੰਦਾ ਤਾਂ ਉਹ ਤੋਂ ਕਈ ਗੁਣਾ ਜ਼ਿਆਦਾ ਅਸੀਂ ਜਿਹੜਾ ਰਿਸਕ ਆਪਣੇ ਲਈ ਲੈ ਰਹੇ ਹਾਂ, ਹੈ ਨਾ। ਸੋ ਜ਼ਰੂਰ ਇਹਨੂੰ ਸਪੋਰਟ ਕਰਨਾ ਚਾਹੀਦਾ ਵੈਕਸੀਨੇਸ਼ਨ ਡਰਾਈਵ ਨੂੰ, ਔਰ ਕੇਅਰਫੁਲ ਰਹਿਣਾ ਚਾਹੀਦਾ ਕਿ ਕੁਝ ਵੀ ਹੋਏ ਤਾਂ ਇਮੀਡੀਏਟਲੀ ਆਪਣੇ ਵੈਕਸੀਨੇਟਰ ਨੂੰ ਤੁਸੀਂ ਰਿਪੋਰਟ ਕਰੋ ਔਰ ਟਾਈਮਲੀ ਐਕਸ਼ਨ ਜਿਹੜਾ ਹੈ ਉਹ ਤੋਂ ਬਾਅਦ ਕੁਝ ਵੀ ਨਹੀਂ ਹੁੰਦਾ ਪੇਸ਼ੈਂਟ ਨੂੰ। ਕੀ ਤੁਸੀਂ ਵੈਕਸੀਨ ਲਗਵਾ ਲਈ? ਮੈਂ ਦੋਨੋਂ ਡੋਜ਼ ਲਗਵਾ ਚੁੱਕਾ ਐਂਡ ਸਟਾਰਟ ਵਿੱਚ ਅਸੀਂ ਆਈ ਵਾਜ਼ ਅਮੰਗ ਦਾ ਫਸਟ ਫਿਊ, ਔਰ 16 ਫਰਵਰੀ ਨੂੰ ਮੇਰੀ ਸੈਕਿੰਡ ਡੋਜ਼ ਲੱਗੀ ਸੀ। ਸਾਡੇ ਨਾਲ ਜੁੜਨ ਲਈ ਸਰ ਥੈਂਕ ਯੂ ਸੋ ਮਚ। ਮੈਂ ਆ ਸੀਰਤ ਸੰਧੂ, ਕੈਮਰਾਮੈਨ ਅਮਨ ਦੇ ਨਾਲ।